हेलो एवरीवन, वेलकम टू सीबीसी अकैडमी अबोर। मैं अरुण तनेजा। अज आप कंटिन्यू करांगे पॉलिटी का लैक्चर, जिहदे विच आप पढ़ांगे सैलीएंट फीचर ऑफ द कॉन्स्टिट्यूशन, जिहदे विच आप पढ़ांगे स्कैड्यूल्स, पार्ट्स ते होर गल्लां बारे। उस तो बाद आप पढ़ांगे प्रीएम्बल बारे, ते उस तो बाद जे अपने कोल समां बचा तो आप यूनियन एंड टैरेटरीज करांगे। सो साडी तुसीं ऐप ज्वाइन कर सकते हो, प्ले स्टोर ते हैगी, अवेलेबल हैगी। सीबीसी एग्जाम गुरु ऐप हैगी है, ते साडियां 2600 प्लस सिलैक्शनस हैगियां विदिन 4 ईयर्स। सो तुसीं वेख सकते हो साडा सक्सैस रेट। तुसीं ज्वाइन कर सकते हो साडी ऐप नूं, प्ले स्टोर तो डाउनलोड कर सकते हो। बहुत सारियां फ्री मटीरियल भी जो पंजाब दे रिलेटेड एग्जाम हैगे उन्हां दे रिगार्डिंग तुहानूं मिल सकदा उत्थे। तो जल्दी तो जल्दी ज्वाइन करो सीबीसी एग्जाम गुरु ऐप नूं। सो आप स्टार्ट करते हैं अपना अज दा लैक्चर। हाँ जी, अज आप कंटिन्यू करते हैं सैलीएंट फीचर ऑफ द कॉन्स्टिट्यूशन। मेरा नाम है अरुण तनेजा। तुसीं मैनूं फॉलो कर सकते हो इंस्टाग्राम ते ARNTANEJ07 ते। जो भी थोड़े कंसर्नस हैगे आ तुसीं मैनूं पुछ सकते हो। सो आप स्टार्ट करते हैं। सो ओरिजिनली इन 1949 जो अपना संविधान बनाया गया सीगा, तुहानूं पता है भी जिहड़ा अपना संविधान है 26 जनवरी 1950 ਨੂੰ पास किया गया सीगा ऑफिशियली। पर ਜਿਹੜਾ पूरा हो गया सीगा 1949 ਦੇ ਵਿੱਚ हो गया सीगा। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ है ਜਿਹੜਾ ਆਪਣਾ ਸੰਵਿਧਾਨ ਹੈਗਾ ਉਹ ਆਰਟੀਕਲਸ, ਪਾਰਟਸ ਤੇ ਸਕੈਡਿਊਲਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਇਹ ਜਿਹੜੀ ਕਲਾਸੀਫਿਕੇਸ਼ਨ ਬਣਾਈ ਗਈ ਹੈ ਆਪਣੇ ਸੰਵਿਧਾਨ ਨੂੰ ਇੰਟਰਪ੍ਰੀਟੇਸ਼ਨ ਇਹਦੀ ਈਜ਼ੀ ਹੋ ਸਕੇ, ਇਸ ਲਈ ਇੱਕ ਕਲਾਸੀਫਿਕੇਸ਼ਨ ਬਣਾਈ ਗਈ ਹੈਗੀ ਹੈ। ਸੋ 1949 ਦੇ ਵਿੱਚ ਆਪਣੇ ਸੰਵਿਧਾਨ ਦੇ ਵਿੱਚ ਜਦੋਂ ਓਰੀਜਨਲੀ ਇਹ ਫਰੇਮ ਕੀਤਾ ਗਿਆ ਸੀ ਆਪਣਾ ਸੰਵਿਧਾਨ, ਤਾਂ ਉਹਦੇ ਵਿੱਚ 395 ਆਰਟੀਕਲ ਸੀਗੇ ਤੇ 22 ਪਾਰਟ ਸੀਗੇ, 8 ਸਕੈਡਿਊਲ ਸੀਗੇ। ਇਹ ਕਈ ਵਾਰੀ ਪੁੱਛ ਲਿਆ ਜਾਂਦਾ ਵੀ ਜਿਹੜਾ ਆਪਣਾ ਓਰੀਜਨਲ ਕੌਂਸਟੀਟਿਊਸ਼ਨ ਹੈਗਾ ਉਹਦੇ ਵਿੱਚ ਕਿੰਨੇ ਆਰਟੀਕਲ ਸੀ, ਪਾਰਟ ਸੀ ਜਾਂ ਸਕੈਡਿਊਲ ਸੀਗੇ। ਪਰ ਜਿਹੜਾ ਆਪਣਾ ਪ੍ਰੈਜ਼ੈਂਟ ਕੌਂਸਟੀਟਿਊਸ਼ਨ ਹੈਗਾ ਉਹਦੇ ਵਿੱਚ 465 ਆਰਟੀਕਲਸ ਹੈਗੇ ਆ, 25 ਪਾਰਟਸ ਹੈਗੇ ਆ ਤੇ 12 ਸਕੈਡਿਊਲਸ ਹੈਗੇ ਆ। ਤੁਸੀਂ ਵੇਖ ਸਕਦੇ ਹੋ 3 ਪਾਰਟਸ ਹੋਰ ਐਡ ਕੀਤੇ ਗਏ ਤੇ 4 ਸਕੈਡਿਊਲਸ ਹੋਰ ਐਡ ਕੀਤੇ ਗਏ ਆ। ਸੋ ਬਹੁਤ ਹੀ ਇੰਪੋਰਟੈਂਟ ਹੈਗੇ ਆ ਦੋਨੇ ਗੱਲਾਂ ਹੀ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਜੋ ਚੀਜ਼ਾਂ ਰੈਲੇਵੈਂਟ ਹੋਣਗੀਆਂ ਆਪਣੇ ਲਈ ਆਪਾਂ ਉਹੀ ਪੜ੍ਹਾਂਗੇ ਜਿਵੇਂ ਆਪਾਂ ਲਾਸਟ ਲੈਕਚਰ ਦੇ ਵਿੱਚ ਪੜ੍ਹੀਆਂ ਸੀਗੀਆਂ। ਸੋ ਜਿਹਨੇ ਵੀ ਲਾਸਟ ਲੈਕਚਰ ਨਹੀਂ ਵੇਖਿਆ ਜਾ ਕੇ ਜ਼ਰੂਰ ਵੇਖੋ। ਇੱਕਦਮ ਆਪਾਂ ਫालतू ਕੋਈ ਗੱਲ ਨਹੀਂ ਕਰਾਂਗੇ ਇਨ ਬਿਟਵੀਨ ਲੈਕਚਰਸ, ਤਾਂ ਜੋ ਚੀਜ਼ਾਂ ਆਪਣੇ ਲਈ ਰੈਲੇਵੈਂਟ ਹੈਗੀਆਂ ਆਪਾਂ ਸਿਰਫ ਉਹੀ ਕਰਾਂਗੇ। ਸੋ ਆਪਾਂ ਅੱਗੇ ਪੜ੍ਹਦੇ ਹਾਂ। ਸੋ ਫਸਟ ਸਕੈਡਿਊਲ ਦੇ ਵਿੱਚ ਕੀ ਆਉਂਦਾ ਆਪਾਂ ਜਿਵੇਂ ਪੜ੍ਹ ਕੇ ਆਏ ਹਾਂ 12 ਸਕੈਡਿਊਲ ਹੈਗੇ ਆ। ਸੋ ਸਕੈਡਿਊਲ ਆਪਣੇ ਲਈ ਪੜ੍ਹਨੇ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਆ। ਪਾਰਟਸ ਤੁਸੀਂ ਛੱਡ ਵੀ ਸਕਦੇ ਹੋ ਅਤੇ ਤੁਹਾਨੂੰ ਜਦੋਂ PDF ਮਿਲੂਗੀ ਤੁਸੀਂ ਉੱਥੇ ਤੁਹਾਨੂੰ ਪਾਰਟਸ ਵੀ ਮਿਲ ਜਾਣਗੇ। ਫਿਲਹਾਲ ਸਕੈਡਿਊਲਸ ਪੜ੍ਹਦੇ ਹਾਂ ਜੋ ਆਪਣੇ ਲਈ ਰੈਲੇਵੈਂਟ ਚੀਜ਼ਾਂ ਹੈਗੀਆਂ ਸਕੈਡਿਊਲਸ ਦੇ ਵਿੱਚੋਂ। ਜਿਵੇਂ ਤੁਹਾਨੂੰ ਦੱਸ ਕੇ ਆ 465 ਆਰਟੀਕਲ ਹੈਗੇ ਆ, 12 ਸ਼ਡਿਊਲ ਹੈਗੇ ਆ ਅਤੇ 25 ਪਾਰਟਸ ਹੈਗੇ ਆ। ਸੋ ਆਪਾਂ ਹੁਣ ਸਟੱਡੀ ਕਰਾਂਗੇ ਸ਼ਡਿਊਲਸ ਨੂੰ। 12 ਦੇ 12 ਸ਼ਡਿਊਲ ਦੇ ਵਿੱਚ ਜੋ ਚੀਜ਼ਾਂ ਰੈਲੇਵੈਂਟ ਹੈਗੀਆਂ ਉਹ ਆਪਾਂ ਪੜ੍ਹਾਂਗੇ, ਕਿਉਂਕਿ ਸਿੱਧਾ ਹੀ ਪੁੱਛ ਲਿਆ ਜਾਂਦਾ 8 ਸਕੈਡਿਊਲ ਦੇ ਵਿੱਚ ਕੀ ਆਉਂਦਾ, ਫਸਟ ਸ਼ਡਿਊਲ ਦੇ ਵਿੱਚ ਕੀ ਆਉਂਦਾ, ਥਰਡ ਦੇ ਵਿੱਚ ਕੀ ਆਉਂਦਾ। ਸੋ ਸਾਰੀਆਂ ਚੀਜ਼ਾਂ ਆਪਾਂ ਪੜ੍ਹ ਲੈਂਦੇ ਹਾਂ। ਸੋ ਫਸਟ ਸ਼ਡਿਊਲ ਦੇ ਵਿੱਚ ਆਉਂਦਾ ਆਪਣੀ ਜਿਹੜੀਆਂ ਯੂਨੀਅਨ ਟੈਰੀਟਰੀਜ਼ ਹੈਗੀਆਂ, ਸਟੇਟਸ ਹੈਗੀਆਂ, ਉਹਨਾਂ ਦੇ ਨਾਮ ਅਤੇ ਸਾਰਾ ਕੁਛ ਕਿਹਦੇ ਵਿੱਚ ਆਉਂਦਾ ਹੁੰਦਾ, ਫਸਟ ਸ਼ਡਿਊਲ ਦੇ ਵਿੱਚ ਆਉਂਦਾ। ਸੈਕਿੰਡ ਸ਼ਡਿਊਲ ਦੇ ਵਿੱਚ ਕੀ ਆਉਂਦਾ ਹੁੰਦਾ, ਪ੍ਰੋਵੀਜ਼ਨ ਰਿਲੇਟਿੰਗ ਟੂ ਦ ਐਨਰੋਲਮੈਂਟਸ, ਅਲਾਊਂਸਿਸ, ਪ੍ਰਿਵਿਲੇਜਿਸ ਐਂਡ ਸੋ ਔਨ। ਜਿਹੜੇ ਅਲਾਊਂਸਿਸ ਪ੍ਰੋਵਾਈਡ ਕੀਤੇ ਜਾਂਦੇ ਸਾਰੇ ਜਿੰਨੇ ਵੀ ਲਿਸਟ ਦਿੱਤੀ ਹੋਈ ਹੈਗੀ ਹੈ, ਜਿਵੇਂ ਕਿ ਪ੍ਰੈਜ਼ੀਡੈਂਟ ਆਫ ਇੰਡੀਆ, ਗਵਰਨਰ ਆਫ ਸਟੇਟ, ਸਪੀਕਰ ਐਂਡ ਦ ਡਿਪਟੀ ਸਪੀਕਰ ਆਫ ਦ ਲੋਕ ਸਭਾ, ਚੇਅਰਮੈਨ ਐਂਡ ਦ ਡਿਪਟੀ ਸਪੀਕਰ ਆਫ ਦ ਚੇਅਰਮੈਨ ਆਫ ਦ ਰਾਜ ਸਭਾ, ਸਪੀਕਰ ਐਂਡ ਦ ਡਿਪਟੀ ਸਪੀਕਰ ਆਫ ਦ ਲੈਜਿਸਲੇਟਿਵ ਅਸੈਂਬਲੀ ਇਨ ਦ ਸਟੇਟਸ, chairman and the deputy chairman of the legislative council in the state, judges of the supreme court and the judges of high court। ਸੋ ਸਾਰਿਆਂ ਦੀ ਜਿਹੜੇ ਵੀ ਅਲਾਊਂਸਿਸ ਪ੍ਰੋਵਾਈਡ ਕੀਤੇ ਜਾਂਦੇ ਆ, ਜਿੰਨੇ ਵੀ ਐਨਰੋਲਮੈਂਟਸ ਹੁੰਦੇ ਆ ਇਹਨਾਂ ਨੂੰ, ਤਾਂ ਸਾਰੇ ਦੇ ਸਾਰੇ ਕਿਹਦੇ ਵਿੱਚ ਮੈਂਸ਼ਨ ਕੀਤੇ ਹੋਏ ਆ, ਸਾਰੇ ਦੇ ਸਾਰੇ ਸੈਕਿੰਡ ਸ਼ਡਿਊਲ ਦੇ ਵਿੱਚ ਮੈਂਸ਼ਨ ਕੀਤੇ ਹੋਏ ਆ। ਫਸਟ ਸ਼ਡਿਊਲ ਦੇ ਵਿੱਚ ਕੀ ਮੈਂਸ਼ਨ ਕੀਤਾ ਹੋਇਆ, ਨੇਮ ਆਫ ਦਾ ਸਟੇਟਸ ਐਂਡ ਦਾ ਟੈਰੀਟੋਰੀਅਲ ਜੂਰਿਸਡਿਕਸ਼ਨ, ਨੇਮ ਆਫ ਦਾ ਯੂਨੀਅਨ ਟੈਰੀਟਰੀ ਐਂਡ ਦੇਅਰ ਐਕਸਟੈਂਟ। ਸੋ ਜਿਹੜੀ ਉਹਨਾਂ ਦੀਆਂ ਫਸਟ ਸ਼ਡਿਊਲ ਵਿੱਚ ਕੀ ਮੈਂਸ਼ਨ ਹੈਗਾ, ਉਹਨਾਂ ਦੇ ਨਾਮ ਅਤੇ ਉਹਨਾਂ ਦੀ ਯੂਨੀਅਨ ਉਹਨਾਂ ਦੀ ਜਿਹੜੀ ਜੂਰਿਸਡਿਕਸ਼ਨ ਕਿੱਥੋਂ ਤੱਕ ਹੈਗੀ ਹੈ। ਸੋ ਸਾਰੀਆਂ ਚੀਜ਼ਾਂ ਫਸਟ ਸ਼ਡਿਊਲ ਦੇ ਵਿੱਚ। ਬਾਕੀ ਇਨਰੋਲਮੈਂਟ, ਅਲਾਊਂਸਿਸ ਸੈਕਿੰਡ ਸ਼ਡਿਊਲ ਦੇ ਵਿੱਚ ਕਿਹਨਾਂ ਦੀ ਲਿਸਟ ਪ੍ਰੋਪਰ ਦਿੱਤੀ ਹੋਈ ਹੈਗੀ ਹੈ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹੈਗੇ ਹਾਂ। ਸੋ ਥਰਡ ਸ਼ਡਿਊਲ ਦੇ ਵਿੱਚ ਕੀ ਆਉਂਦਾ, ਫਾਰਮਸ ਆਫ ਓਥ ਐਂਡ ਦ ਅਫਰਮੇਸ਼ਨ। ਸੋ ਜਿਹੜੀਆਂ ਓਥ ਵੱਖ-ਵੱਖ ਕੰਡਕਟ ਕਰਵਾਈਆਂ ਜਾਂਦੀਆਂ ਹੁੰਦੀਆਂ, ਉਹ ਫੋਲੋਇੰਗ ਪਰਸਨ ਹੈਗੇ ਆ ਜਿਨ੍ਹਾਂ ਦੀ ਓਥ ਥਰਡ ਸ਼ਡਿਊਲ ਦੇ ਅੰਦਰ ਕੰਡਕਟ ਕਰਵਾਈਆਂ ਜਾਂਦੀਆਂ ਹੁੰਦੀਆਂ, ਜਿਵੇਂ ਕਿ ਦ ਯੂਨੀਅਨ ਮਿਨਿਸਟਰ ਹੋ ਗਏ, ਆਪਣੇ ਕੈਂਡੀਡੇਟ ਫॉर ਦ ਇਲੈਕਸ਼ਨ ਆਫ ਦਾ ਪਾਰਲੀਮੈਂਟ ਹੋ ਗਏ, ਮੈਂਬਰ ਆਫ ਦਾ ਪਾਰਲੀਮੈਂਟ ਹੋ ਗਏ, ਜੱਜਿਸ ਆਫ ਦਾ ਸੁਪਰੀਮ ਕੋਰਟ ਹੋ ਗਏ, ਕੰਟਰੋਲਰ ਐਂਡ ਦ ਆਡੀਟਰ ਜਨਰਲ ਆਫ ਇੰਡੀਆ ਹੋ ਗਏ, ਜੱਜਿਸ ਆਫ ਦਾ ਹਾਈ ਕੋਰਟ ਹੋ ਗਏ। ਇਹ ਸਾਰਿਆਂ ਦੀ ਲਿਸਟ ਹੈਗੀ ਹੈ। ਪੰਜਾਬ ਦੇ ਐਗਜ਼ਾਮ ਦੇ ਲਈ ਤੁਹਾਨੂੰ ਇਹ ਲਿਸਟ ਯਾਦ ਕਰਨ ਦੀ ਕੋਈ ਲੋੜ ਹੈ ਨਹੀਂ ਗੀ, ਕਿਤੇ ਵੀ ਨਹੀਂ ਪੁੱਛਿਆ ਜਾਊਗਾ। ਫੋਰਥ ਸ਼ਡਿਊਲ ਹੈਗਾ ਬਹੁਤ ਹੀ ਇੰਪੋਰਟੈਂਟ ਹੈਗਾ। ਫੋਰਥ ਸ਼ਡਿਊਲ ਨੂੰ ਤੁਸੀਂ
याद कर लेना 4th 5th। इस तो बाद जिन्ने भी शेड्यूल होणगे तुसीं एकदम प्रिसाइजली याद करने हैं। ਜਿਹੜੇ ਆਪਾਂ ਹੁਣ ਤੋਂ ਪਹਿਲਾਂ ਸ਼ਡਿਊਲ ਪੜ੍ਹ ਕੇ ਆਏ ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹਦੇ ਨਾਲ ਰਿਲੇਟਡ ਹੈਗਾ। ਜਿਵੇਂ ਕਿ ਆਪਣਾ 3rd ਸ਼ਡਿਊਲ ਹੈਗਾ ਓਥ ਐਂਡ ਅਫਰਮੇਸ਼ਨ ਦੇ ਨਾਲ ਰਿਲੇਟਡ ਹੈਗਾ। 2nd ਸ਼ਡਿਊਲ ਹੈਗਾ ਉਹ ਇਨਵੋਲਵਮੈਂਟ ਐਂਡ ਅਲਾਊਂਸਿਸ ਦੇ ਨਾਲ ਰਿਲੇਟਡ ਹੈਗਾ। 1st ਸ਼ਡਿਊਲ ਹੈਗਾ ਉਹ ਹੈਗਾ ਨੇਮਸ ਆਫ ਦਾ ਸਟੇਟ ਐਂਡ ਦਾ ਯੂਨੀਅਨ ਟੈਰੀਟਰੀਜ਼ ਐਂਡ ਦੇਅਰ ਐਕਸਟੈਂਟ ਐਂਡ ਦਾ ਜੂਰਿਸਡਿਕਸ਼ਨਸ ਉਹਨਾਂ ਬਾਰੇ ਹੈਗਾ। ਸੋ ਆਪਾਂ ਗੱਲ ਕਰ ਰਹੇ ਹਾਂ ਹੁਣ ਆਪਾਂ 4th ਸ਼ਡਿਊਲ ਦੇ ਅੰਡਰ ਕੀ ਆਉਂਦਾ ਐਲੋਕੇਸ਼ਨ ਆਫ ਦਾ ਸੀਟਸ ਇਨ ਦਾ ਰਾਜ ਸਭਾ ਟੂ ਦਾ ਸਟੇਟਸ ਐਂਡ ਦਾ ਯੂਨੀਅਨ ਟੈਰੀਟਰੀ। ਸੋ ਜਿਹੜੀਆਂ ਸੀਟਸ ਡਿਸਟਰੀਬਿਊਟ ਕੀਤੀਆਂ ਜਾਂਦੀਆਂ ਹੁੰਦੀਆਂ ਰਾਜ ਸਭਾ ਦੀਆਂ ਆਪਣੀ ਯੂਨੀਅਨ ਟੈਰੀਟਰੀ ਦੇ ਸਟੇਟ ਦੇ ਵਿੱਚ ਉਹਦਾ ਜਿਹੜਾ ਜ਼ਿਕਰ ਹੈਗਾ ਉਹ 4th ਸ਼ਡਿਊਲ ਦੇ ਵਿੱਚ ਆਉਂਦਾ। ਬਹੁਤ ਇੰਪੋਰਟੈਂਟ ਹੈ, ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਹੈਗਾ। 5th ਸ਼ਡਿਊਲ ਦੇ ਵਿੱਚ ਕੀ ਆਉਂਦਾ ਪ੍ਰੋਵੀਜ਼ਨ ਰਿਲੇਟਿੰਗ ਟੂ ਦਾ ਐਡਮਿਨਿਸਟ੍ਰੇਸ਼ਨ ਐਂਡ ਦਾ ਕੰਟਰੋਲ ਆਫ ਦਾ ਸ਼ਡਿਊਲ ਏਰੀਆਜ਼ ਐਂਡ ਦਾ ਸ਼ਡਿਊਲ ਟਰਾਈਬਸ। ਸੋ ਜਿਹੜੇ ਸ਼ਡਿਊਲ ਏਰੀਆਜ਼ ਅਤੇ ਸ਼ਡਿਊਲ ਟਰਾਈਬਸ ਹੈਗੇ ਆ 5th ਸ਼ਡਿਊਲ ਦੇ ਵਿੱਚ ਆਉਂਦੀਆਂ ਹੈਗੀਆਂ। ਬਹੁਤ ਹੀ ਇੰਪੋਰਟੈਂਟ ਹੈਗਾ। 4th 5th 6th ਐਕਸਟ੍ਰੀਮਲੀ ਇੰਪੋਰਟੈਂਟ ਹੈਗੇ ਆ। ਸੋ ਇਹਨਾਂ ਨੂੰ ਰੈੱਡ ਪੈਨ ਦੇ ਨਾਲ ਤੁਸੀਂ ਮਾਰਕ ਕਰ ਲੈਣਾ। ਜਦੋਂ ਵੀ ਤੁਹਾਨੂੰ ਨੋਟਸ ਮਿਲਣਗੇ ਤੁਸੀਂ ਸਾਡੇ ਜਿਹੜੇ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ ਉੱਥੋਂ ਸਾਰੇ ਦੇ ਸਾਰੇ ਨੋਟਸ ਤੁਸੀਂ ਲੈ ਸਕਦੇ ਹੋ। 5th ਸ਼ਡਿਊਲ ਦੇ ਵਿੱਚ ਕੀ ਹੈਗਾ ਪ੍ਰੋਵੀਜ਼ਨ ਰਿਲੇਟਿੰਗ ਟੂ ਦਾ ਐਡਮਿਨਿਸਟ੍ਰੇਸ਼ਨ ਐਂਡ ਦਾ ਕੰਟਰੋਲ ਐਂਡ ਦਾ ਸ਼ਡਿਊਲ ਏਰੀਆਜ਼ ਅਤੇ ਸ਼ਡਿਊਲ ਟਰਾਈਬਸ। ਸ਼ਡਿਊਲ ਏਰੀਆ ਅਤੇ ਸ਼ਡਿਊਲ ਟਰਾਈਬ ਦਾ ਜਿਹੜਾ ਕੰਟਰੋਲ ਹੈਗਾ ਕਿਵੇਂ ਕੀਤਾ ਜਾਊਗਾ ਇਹ ਸਾਰੇ ਦਾ ਸਾਰਾ ਕੁਛ 5th ਸ਼ਡਿਊਲ ਦੇ ਅੰਦਰ ਆਉਂਦਾ। 6th ਸ਼ਡਿਊਲ ਦੇ ਵਿੱਚ ਕੀ ਆਉਂਦਾ ਪ੍ਰੋਵੀਜ਼ਨ ਰਿਲੇਟਿੰਗ ਟੂ ਦਾ ਐਡਮਿਨਿਸਟ੍ਰੇਸ਼ਨ ਆਫ ਦਾ ਟਰਾਈਬਲ ਏਰੀਆਜ਼ ਇਨ ਦਾ ਸਟੇਟਸ ਆਫ ਦਾ ਅਸਾਮ ਮੇਘਾਲਿਆ ਤ੍ਰਿਪੁਰਾ ਐਂਡ ਦਾ ਮਿਜ਼ੋਰਮ। ਸੋ ਜਿਹੜਾ ਆਪਾਂ ਪਹਿਲਾਂ ਪੜ੍ਹ ਕੇ ਆਏ ਹਾਂ ਉਹ ਵੈਸੇ ਜਿਹੜੇ ਜਨਰਲ ਸ਼ਡਿਊਲ ਏਰੀਆਜ਼ ਹੈਗੇ ਉਹਨਾਂ ਲਈ ਹੈਗੇ ਆ ਪਰ ਇੱਥੇ 4 ਸਟੇਟ ਸਪੈਸੀਫਿਕਲੀ ਮੈਂਸ਼ਨ ਕੀਤੀਆਂ ਹੋਈਆਂ 6th ਸ਼ਡਿਊਲ ਦੇ ਅੰਡਰ ਉਹ ਹੈਗੀਆਂ ਅਸਾਮ ਮੇਘਾਲਿਆ ਤ੍ਰਿਪੁਰਾ ਐਂਡ ਮਿਜ਼ੋਰਮ। ਜਿਵੇਂ ਤੁਸੀਂ ਇਸ ਤਰ੍ਹਾਂ ਯਾਦ ਕਰ ਸਕਦੇ ਹੋ AMTM ਠੀਕ ਹੈ ਜੀ। ਤੁਸੀਂ ਇਹਨੂੰ ਥੋੜ੍ਹਾ ਜਿਹਾ ਟ੍ਰਿਕ ਬਣਾ ਕੇ ਯਾਦ ਕਰ ਸਕਦੇ ਹੋ ਵੀ ਜਿਹੜਾ 6th ਸ਼ਡਿਊਲ ਹੈਗਾ ਉਹ ਕਿਹਦੇ ਨਾਲ ਰਿਲੇਟਡ ਹੈਗਾ AMTM ਦੇ ਨਾਲ ਰਿਲੇਟਡ ਹੈਗਾ ਵੀ AMTM ਦੇ ਵਿੱਚ ਜਿਹੜੇ ਵੀ ਸ਼ਡਿਊਲ ਏਰੀਆਜ਼ ਹੈਗੇ ਆ ਉਹ ਸਾਰੇ ਦੇ ਸਾਰੇ 6th ਸ਼ਡਿਊਲ ਦੇ ਅੰਡਰ ਆਉਂਦੇ ਆ ਠੀਕ ਹੈ ਜੀ। 7th ਸ਼ਡਿਊਲ ਦੇ ਵਿੱਚ ਕੀ ਹੁੰਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਜਿਹੜਾ ਆਪਣਾ ਸੈਂਟਰ ਨੂੰ ਅੱਡ ਪਾਵਰ ਦਿੱਤੀਆਂ ਹੋਈਆਂ ਸਟੇਟਾਂ ਨੂੰ ਅੱਡ ਪਾਵਰ ਦਿੱਤੀਆਂ ਹੋਈਆਂ ਅਤੇ ਜਿਹੜੀਆਂ ਰੈਜ਼ੋਲੂਟਰੀ ਪਾਵਰ ਕੁਝ ਬਚੀਆਂ ਖੁਚੀਆਂ ਪਾਵਰਸ ਹੋ ਜਾਂਦੀਆਂ ਉਹ ਵੀ ਸੈਂਟਰ ਕੋਲ ਹੁੰਦੀਆਂ। ਕੁਝ ਕੰਕਰੈਂਟ ਪਾਵਰਸ ਹੁੰਦੀਆਂ ਜਿਹੜੀਆਂ ਦੋਨਾਂ ਦੁਆਰਾ ਵਰਤੀਆਂ ਜਾਂਦੀਆਂ ਹੁੰਦੀਆਂ। ਸੋ ਇਹ ਸਾਰੀਆਂ ਚੀਜ਼ਾਂ 7th ਸ਼ਡਿਊਲ ਦੇ ਅੰਡਰ ਆਉਂਦੀਆਂ। 7th ਸ਼ਡਿਊਲ ਦੇ ਅੰਡਰ ਤੁਸੀਂ ਵੇਖ ਵੀ ਸਕਦੇ ਹੋ ਇਹਨਾਂ ਦੇ ਜਿਹੜੇ ਸਬਜੈਕਟ ਦਿੱਤੇ ਹੋਏ ਆ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਬਹੁਤ ਹੀ ਇੰਪੋਰਟੈਂਟ ਹੈਗਾ ਐਗਜ਼ਾਮ ਪੁਆਇੰਟ ਆਫ ਵਿਊ ਦੇ ਵਿੱਚੋਂ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਵੀ ਯੂਨੀਅਨ ਲਿਸਟ ਦੇ ਵਿੱਚ 100 ਸਬਜੈਕਟ ਹੈਗੇ ਆ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਸਟੇਟ ਲਿਸਟ ਦੇ ਵਿੱਚ 61 ਸਬਜੈਕਟ ਹੈਗੇ ਆ ਅਤੇ ਕੌਂਕਰੈਂਟ ਲਿਸਟ ਦੇ ਵਿੱਚ 52 ਸਬਜੈਕਟ ਹੈਗੇ ਆ। ਇਹ ਸਾਰੇ ਦੇ ਸਾਰੇ ਸਬਜੈਕਟ ਤੁਹਾਨੂੰ ਯਾਦ ਹੋਣੇ ਮਤਲਬ ਇਹਨਾਂ ਦੇ ਵੀ ਡਿਟੇਲ ਨਹੀਂ ਪਰ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਹਾਂ ਕੌਂਕਰੈਂਟ ਲਿਸਟ ਆ ਗਈ 100 ਸਬਜੈਕਟ ਹੋ ਗਿਆ। ਜਿਹੜੀ ਆਪਣੀ ਸਟੇਟ ਲਿਸਟ ਆ ਗਈ ਉਹਦੇ ਵਿੱਚ 61 ਸਬਜੈਕਟ ਹੋ ਗਏ। ਜਿਹੜੀ ਆਪਣੀ ਉਲਟਾ ਬੋਲ ਗਿਆ ਮੈਂ ਜਿਹੜੀ ਆਪਣੀ ਸਟੇਟ ਲਿਸਟ ਆ ਗਈ ਉਹਦੇ ਵਿੱਚ 100 ਸਬਜੈਕਟ ਆ ਗਏ। ਜਿਹੜੀ ਆਪਣੀ ਸਟੇਟ ਲਿਸਟ ਆ ਗਈ ਉਹਦੇ ਵਿੱਚ 61 ਸਬਜੈਕਟ ਹੋ ਗਏ। ਜਿਹੜੀ ਆਪਣੀ ਕੌਂਕਰੈਂਟ ਲਿਸਟ ਹੋ ਗਈ ਉਹਦੇ 'ਚ 52 ਸਬਜੈਕਟਸ ਹੋ ਗਏ। ਤਾਂ ਤੁਸੀਂ ਇਹਨਾਂ ਨੂੰ ਪ੍ਰੀਸਾਈਜ਼ਲੀ ਯਾਦ ਕਰਨਾ ਹੈ ਕਿਉਂਕਿ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ। ਸਭ ਤੋਂ ਬੇਸਿਕ ਕੁਐਸਚਨ ਜੋ ਪੰਜਾਬ ਦੇ ਐਗਜ਼ਾਮ ਲਈ ਰੈਲੇਵੈਂਟ ਹੈਗਾ ਭਾਵੇਂ ਤੁਸੀਂ NTT ਟੀਚਰ ਲਈ ਪ੍ਰਿਪੇਅਰ ਕਰ ਰਹੇ ਹੋ ਭਾਵੇਂ ਤੁਸੀਂ ਕੋਈ ਹੋਰ ਐਗਜ਼ਾਮ ਦੇ ਪਰਸਪੈਕਟਿਵ ਤੋਂ ਪ੍ਰਿਪੇਅਰ ਕਰ ਰਹੇ ਹੋ ਇੱਦਾਂ ਪੁੱਛ ਲਿਆ ਜਾਂਦਾ ਹੁੰਦਾ ਆਪਣੇ ਕੋਲੋਂ ਬਈ ਕਿੰਨੇ ਸਬਜੈਕਟ ਹੈਗੇ ਕੌਂਕਰੈਂਟ ਲਿਸਟ ਦੇ ਅੰਡਰ ਕਿੰਨੇ ਸਬਜੈਕਟ ਹੈਗੇ ਸਟੇਟ ਲਿਸਟ ਦੇ ਅੰਡਰ ਕਿੰਨੇ ਸਬਜੈਕਟ ਹੈਗੇ ਯੂਨੀਅਨ ਲਿਸਟ ਦੇ ਅੰਡਰ। ਸੋ ਆਪਾਂ ਫੇਰ ਰਿਵਾਈਜ਼ ਕਰ ਲੈਂਦੇ ਹਾਂ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਵੀ ਹੈਗਾ ਆਲਰੇਡੀ ਵੀ ਯੂਨੀਅਨ ਲਿਸਟ ਦੇ ਵਿੱਚ ਹੈਗੇ ਆ 100 ਸਬਜੈਕਟ ਹੈਗੇ ਆ ਸਟੇਟ ਲਿਸਟ ਦੇ ਵਿੱਚ 61 ਸਬਜੈਕਟ ਹੈਗੇ ਆ ਕੌਂਕਰੈਂਟ ਲਿਸਟ ਦੇ ਵਿੱਚ 52 ਸਬਜੈਕਟਸ ਹੈਗੇ ਆ ਅਤੇ ਕਿਹਦੇ ਵਿੱਚ ਆਉਂਦੀ ਹੈ 7th ਸ਼ਡਿਊਲ ਦੇ ਅੰਡਰ ਆਉਂਦੀ ਆ। ਕਿੰਨੇ ਆਰਟੀਕਲ ਹੈਗੇ ਆਪਣੇ ਪੂਰੇ ਸੰਵਿਧਾਨ ਦੇ ਵਿੱਚ 465 ਆਰਟੀਕਲ ਹੈਗੇ ਆ 25 ਪਾਰਟਸ ਹੈਗੇ ਆ ਅਤੇ 12 ਸ਼ਡਿਊਲਸ ਹੈਗੇ ਆ। ਆਪਾਂ ਹੁਣ ਸ਼ਡਿਊਲ ਸਟੱਡੀ ਕਰ ਰਹੇ ਹਾਂ। ਹੁਣ 7ਵੇਂ ਸ਼ਡਿਊਲ ਦੇ ਵਿੱਚ ਕੀ ਦਿੱਤਾ ਹੋਇਆ ਜਿਹੜੀਆਂ ਆਪਣੀਆਂ ਵੱਖ-ਵੱਖ ਪਾਵਰ ਡਿਵਾਈਡ ਕੀਤੀਆਂ ਹੋਈਆਂ ਸੈਂਟਰ ਸਟੇਟ ਅਤੇ ਇੱਕ ਦੋਨਾਂ ਦੀ ਕੌਂਕਰੈਂਟ ਲਿਸਟ ਬਣੀ ਹੋਈ ਆ ਉਹਨਾਂ ਦੀ ਪਾਵਰਸ ਬਾਰੇ ਸਟੱਡੀ ਕਰ ਰਹੇ ਆ। ਸੋ 7th ਸ਼ਡਿਊਲ ਦੇ ਵਿੱਚ ਚੀਜ਼ਾਂ ਦਿੱਤੀਆਂ ਹੋਈਆਂ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ 8th ਸ਼ਡਿਊਲ ਦੇ ਉੱਤੇ ਮੂਵ ਕਰਦੇ ਹਾਂ। 8th ਸ਼ਡਿਊਲ ਦੇ ਵਿੱਚ ਜਿੰਨੀਆਂ ਵੀ ਆਪਣੀਆਂ ਲੈਂਗੁਏਜਿਸ ਆਉਂਦੀਆਂ 22 ਦੀਆਂ 22 ਜਿਹੜੀਆਂ ਲੈਂਗੁਏਜਿਸ ਆਉਂਦੀਆਂ 8th ਸ਼ਡਿਊਲ ਦੇ ਅੰਡਰ ਆਉਂਦੀਆਂ ਜਿਹੜੀਆਂ ਭਾਰਤ ਨੇ ਓਫੀਸ਼ੀਅਲ ਲੈਂਗੁਏਜ ਡਿਕਲੇਅਰ ਕੀਤੀਆਂ ਹੋਈਆਂ ਉਹ 8th ਸ਼ਡਿਊਲ ਦੇ ਵਿੱਚ ਆਉਂਦੀਆਂ 22 ਲੈਂਗੁਏਜਿਸ ਹੈਗੀਆਂ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਜਦੋਂ ਆਪਣਾ ਸੰਵਿਧਾਨ ਬਣਿਆ ਸੀ ਉਦੋਂ 14 ਲੈਂਗੁਏਜਿਸ ਨੂੰ ਮਤਲਬ ਕੀਤਾ ਗਿਆ ਸੀ। ਉਸ ਤੋਂ ਬਾਅਦ ਜਿਹੜੀਆਂ ਆਪਣੀਆਂ 8 ਹੋਰ ਲੈਂਗੁਏਜਿਸ ਐਡ ਅਪ ਕੀਤੀਆਂ ਗਈਆਂ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ। ਸੋ 9th ਸ਼ਡਿਊਲ ਦੇ ਵਿੱਚ ਕੀ ਆਉਂਦਾ ਹੁੰਦਾ 9th ਸ਼ਡਿਊਲ ਹੁਣ ਰੈਲੇਵੈਂਸ ਹੈ ਨਹੀਂ ਗੀ 9th ਸ਼ਡਿਊਲ ਦੇ ਅੰਡਰ ਕਿਉਂਕਿ ਜਦੋਂ ਵੀ ਆਪਣਾ ਸੰਵਿਧਾਨ ਲਾਗੂ ਕੀਤਾ ਗਿਆ ਸੀਗਾ ਕੁਛ ਪ੍ਰੋਵੀਜ਼ਨ ਇਹੋ ਜਿਹੀਆਂ ਸੀਗੀਆਂ
ਜੋ ਮਤਲਬ ਕੋਈ ਵੀ ਨਹੀਂ ਉਹਨੂੰ ਛੇੜ ਸਕਦਾ ਸੀ, ਜੁਡੀਸ਼ਰੀ ਦਾ ਕੋਈ ਹੱਕ ਨਹੀਂ ਬਣਦਾ ਸੀ ਉਹਨਾਂ ਨੂੰ ਛੇੜਨ ਦਾ। ਉਹ ਜਿਹੜੀਆਂ ਪ੍ਰੋਵੀਜ਼ਨ ਜੁਡੀਸ਼ਰੀ ਦੇ ਫਰੇਮਵਰਕ ਤੋਂ ਪਰਾਂ ਸੀਗੀਆਂ ਉਹ ਸਾਰੀਆਂ ਦੀਆਂ ਸਾਰੀਆਂ 9th ਸ਼ਡਿਊਲ ਦੇ ਵਿੱਚ ਪਾ ਦਿੱਤੀਆਂ ਗਈਆਂ ਸੀ। ਹੁਣ ਉਹਦੀ ਕੋਈ ਰੈਲੇਵੈਂਟ ਹੈ ਨਹੀਂ ਗੀ, ਕਿਉਂਕਿ ਹੁਣ ਕੋਈ ਵੀ ਰੈਲੇਵੈਂਸ ਹੈ ਨਹੀਂ ਗੀ 9th ਸ਼ਡਿਊਲ ਦੀ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਨੈਕਸਟ ਹੈਗਾ 10th ਸ਼ਡਿਊਲ। ਉਹਦੇ ਵਿੱਚ ਕੀ ਮੈਂਸ਼ਨ ਕੀਤਾ ਹੋਇਆ, ਪ੍ਰੋਵੀਜ਼ਨ ਰਿਲੇਟਿੰਗ ਟੂ ਦ ਡਿਸਕੁਆਲੀਫਿਕੇਸ਼ਨ ਆਫ ਦ ਮੈਂਬਰ ਆਫ ਦ ਪਾਰਲੀਮੈਂਟ ਐਂਡ ਦ ਸਟੇਟ ਲੈਜਿਸਲੇਚਰ ਔਨ ਦ ਗਰਾਊਂਡ ਆਫ ਦ ਡਿਫੈਕਸ਼ਨ। The schedule was added in the 52nd Constitution Amendment Act 1985 also known as the Anti Defection Law। ਸੋ ਸਿੰਪਲ ਜਿਹਾ ਕੁਐਸਚਨ ਇਹਦੇ ਵਿੱਚ ਬਣਦਾ ਹੁੰਦਾ ਵੀ ਜਿਹੜਾ ਐਂਟੀ ਡਿਫੈਕਸ਼ਨ ਲਾਅ ਹੈਗਾ ਵੀ ਕਿਹੜੇ ਸ਼ਡਿਊਲ ਦੇ ਵਿੱਚ ਮੈਂਸ਼ਨ ਕੀਤਾ ਹੋਇਆ, ਤਾਂ ਐਂਟੀ ਡਿਫੈਕਸ਼ਨ ਲਾਅ 10th ਸ਼ਡਿਊਲ ਦੇ ਵਿੱਚ ਮੈਂਸ਼ਨ ਕੀਤਾ ਹੋਇਆ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਇਹ ਚੀਜ਼, ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਹੈਗਾ, UPSC ਤੋਂ ਲੈ ਕੇ ਹਰ ਐਗਜ਼ਾਮ ਦੇ ਵਿੱਚ ਕਈ ਵਾਰੀ ਪੁੱਛਿਆ ਹੋਇਆ। ਐਂਟੀ ਡਿਫੈਕਸ਼ਨ ਦਾ ਮਤਲਬ ਕੀ ਹੁੰਦਾ ਵੀ ਜਿਹੜੀ ਆਪਣੀ ਪਾਰਟੀਬਾਜ਼ੀ ਚੱਲਦੀ ਹੁੰਦੀ ਹੈ, ਹਾਂ ਪਾਰਟੀਆਂ ਦਾ ਜਿਹੜਾ ਹੇਰ ਫੇਰ ਹੁੰਦਾ ਵੀ ਹਾਂ ਜਿਹੜਾ ਬੰਦਾ ਹੁਣ ਕਾਂਗਰਸ 'ਚੋਂ ਇਲੈਕਟ ਹੋਇਆ ਵੀ ਜਦੋਂ ਸੈਸ਼ਨ ਚੱਲ ਰਿਹਾ ਜਾਂ ਕਹਿ ਸਕਦੇ ਆ ਵੀ ਉਹਦੇ ਜਿਹੜੇ 5 ਸਾਲ ਚੱਲ ਰਹੇ ਆ ਉਹ BJP 'ਚ ਜਾ ਕੇ ਮਿਲ ਨਹੀਂ ਸਕਦਾ ਹੁੰਦਾ, ਉਹ ਕਾਂਗਰਸ 'ਚ ਹੀ ਰਹਿਣਾ ਪਊਗਾ। ਇਹ ਜਿਹੇ ਸਪਲਿਟਸ ਨੂੰ ਰੋਕਣ ਵਾਸਤੇ ਹੀ ਕਾਨੂੰਨ ਬਣਾਏ ਗਏ ਸੀਗੇ, ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਨੈਕਸਟ ਆ ਜਾਂਦਾ 11th ਸ਼ਡਿਊਲ ਆਪਣਾ, ਜਿਹਦੇ ਵਿੱਚ ਆਪਣਾ ਪੰਚਾਇਤੀ ਰਾਜ ਸਿਸਟਮ ਮੈਂਸ਼ਨ ਕੀਤਾ ਹੋਇਆ, ਬਹੁਤ ਇੰਪੋਰਟੈਂਟ ਹੈਗਾ। 73rd ਕਨਸਟੀਟਿਊਸ਼ਨ ਅਮੈਂਡਮੈਂਟ ਐਕਟ 1992 ਦੇ ਰਿਗਾਰਡਿੰਗ। ਸੋ ਉਹਦੇ ਰਿਗਾਰਡਿੰਗ ਆਪਣਾ ਪੰਚਾਇਤੀ ਸ਼ਡਿਊਲ ਜਿਹੜਾ ਪੰਚਾਇਤੀ ਰਾਜ ਹੈਗਾ 11th ਸ਼ਡਿਊਲ ਦੇ ਵਿੱਚ ਪ੍ਰੋਪਰਲੀ ਮੈਂਸ਼ਨ ਕੀਤਾ ਹੋਇਆ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਆਪਣਾ ਨੈਕਸਟ ਹੈਗਾ 12th ਸ਼ਡਿਊਲ, ਮਿਊਨਸੀਪੈਲਿਟੀਜ਼ ਦਾ ਆ ਜਾਂਦਾ, ਜਿਹਦੇ ਵਿੱਚ ਆਪਣਾ ਜਿਹੜਾ ਅਰਬਨ ਡਿਵੈਲਪਮੈਂਟ ਜਿੰਨੀਆਂ ਵੀ ਆਪਣੀਆਂ ਮਿਊਨਸੀਪੈਲਿਟੀਜ਼ ਆ ਜਾਂਦੀਆਂ, ਮਿਊਨਸੀਪਲ ਕਾਰਪੋਰੇਸ਼ਨ ਆ ਜਾਂਦੀ ਹੈ। 74th ਕਨਸਟੀਟਿਊਸ਼ਨ ਅਮੈਂਡਮੈਂਟ ਐਕਟ 1992 ਦੇ ਅਕੋਰਡਿੰਗ ਇਹ ਵੀ ਐਕਟ ਪਾਸ ਕੀਤਾ ਗਿਆ ਸੀਗਾ। ਇਹ ਕਿਹੜੇ ਸ਼ਡਿਊਲ ਦੇ ਅੰਡਰ ਆਉਂਦਾ, ਇਹ 12 ਸ਼ਡਿਊਲ ਦੇ ਅੰਡਰ ਆਉਂਦਾ। ਸੋ ਆ 12 ਦੇ 12 ਸ਼ਡਿਊਲ ਪੜ੍ਹ ਲਏ ਹੈਗੇ ਆ, ਫਿਰ ਰਿਵੀਜ਼ਨ ਕਰਨੀ ਹੈ। ਜਿਹੜੇ ਇੰਪੋਰਟੈਂਟ ਸ਼ਡਿਊਲ ਹੈਗੇ ਆ ਤੁਹਾਨੂੰ ਮੈਂ ਗਿਣਾ ਦਿੰਦਾ। ਸਭ ਤੋਂ ਇੰਪੋਰਟੈਂਟ ਹੈਗਾ 4th 5th 6th ਸ਼ਡਿਊਲ। 4th ਆਪਣਾ ਜਿਹੜਾ ਰਾਜ ਸਭਾ ਦੀ ਸੀਟਸ ਦੇ ਅਲੋਟਮੈਂਟ ਦੇ ਰਿਗਾਰਡਿੰਗ ਹੋ ਜਾਂਦਾ। 5th ਜਿਹੜਾ ਸ਼ਡਿਊਲ ਹੈਗਾ ਸ਼ਡਿਊਲ ਏਰੀਆਜ਼ ਦੇ ਰਿਗਾਰਡਿੰਗ ਹੋ ਜਾਂਦਾ। ਜਿਹੜਾ 6th ਸ਼ਡਿਊਲ ਹੈਗਾ ਉਹ AM TM ਦੇ ਜਿੰਨੇ ਵੀ ਸ਼ਡਿਊਲ ਏਰੀਆਜ਼ ਹੈਗੇ ਉਹਨਾਂ ਦੇ ਰਿਲੇਟਿਡ ਹੋ ਜਾਂਦਾ। ਉਸ ਤੋਂ ਬਾਅਦ ਜਿਹੜਾ ਮੋਸਟ ਇੰਪੋਰਟੈਂਟ ਹੈਗਾ 7th, ਜਿਹਦੇ ਵਿੱਚ ਆਪਣੀ ਯੂਨੀਅਨ ਲਿਸਟ, ਕੌਂਕਰੈਂਟ ਲਿਸਟ ਤੇ ਸਾਰੀਆਂ ਲਿਸਟਾਂ ਮੈਂਸ਼ਨ ਕੀਤੀਆਂ ਹੋਈਆਂ। ਉਸ ਤੋਂ ਬਾਅਦ 8th ਸ਼ਡਿਊਲ ਜਿਹੜਾ ਕਿ ਲੈਂਗੁਏਜਿਸ ਦੇ ਨਾਲ ਡੀਲ ਕਰਦਾ। ਉਸ ਤੋਂ ਬਾਅਦ 9th ਸ਼ਡਿਊਲ ਇੰਨਾ ਇੰਪੋਰਟੈਂਟ ਹੈ ਨਹੀਂ ਗਾ, ਤੁਸੀਂ ਛੱਡ ਸਕਦੇ ਹੋ। 10th ਸ਼ਡਿਊਲ ਕਿਹਦੇ ਨਾਲ ਡੀਲ ਕਰਦਾ, ਐਂਟੀ ਡਿਫੈਕਸ਼ਨ ਲਾਅ ਦੇ ਨਾਲ ਡੀਲ ਕਰਦਾ। ਜਿਹੜਾ ਆਪਣਾ 11th ਸ਼ਡਿਊਲ ਹੈਗਾ ਉਹ ਕਿਹਦੇ ਨਾਲ ਡੀਲ ਕਰਦਾ, ਜਿਹੜਾ ਆਪਣਾ 11th ਸ਼ਡਿਊਲ ਹੈਗਾ ਉਹ ਡੀਲ ਕਰਦਾ ਪੰਚਾਇਤੀ ਰਾਜ ਸਿਸਟਮ ਦੇ ਨਾਲ। 12th ਸ਼ਡਿਊਲ ਕਿਹਦੇ ਨਾਲ ਡੀਲ ਕਰਦਾ, ਉਹ ਡੀਲ ਕਰਦਾ ਮਿਊਨਸੀਪੈਲਿਟੀਜ਼ ਦੇ ਨਾਲ। ਸੋ ਤੁਸੀਂ ਇਹਨਾਂ ਦੀ ਅਮੈਂਡਮੈਂਟ ਵੀ ਯਾਦ ਕਰ ਸਕਦੇ ਹੋ, ਬਹੁਤ ਇੰਪੋਰਟੈਂਟ ਹੈਗੀਆਂ। ਜਿਵੇਂ ਕਿ ਪੰਚਾਇਤੀ ਰਾਜ ਸਿਸਟਮ ਦੀ ਅਮੈਂਡਮੈਂਟ ਹੈਗੀ ਹੈ 73rd ਕਨਸਟੀਟਿਊਸ਼ਨ ਅਮੈਂਡਮੈਂਟ ਐਕਟ 1992। ਉਸ ਤੋਂ ਬਾਅਦ ਜਿਹੜੀ ਹੈਗੀ ਹੈ ਮਿਊਨਸੀਪੈਲਿਟੀਜ਼ ਦੀ ਅਮੈਂਡਮੈਂਟ ਹੈਗੀ ਹੈ 74th ਕਨਸਟੀਟਿਊਸ਼ਨ ਅਮੈਂਡਮੈਂਟ ਐਕਟ 1992। ਸੋ ਇਹ ਹੋ ਗਏ ਆਪਣੇ ਸ਼ਡਿਊਲ ਜੋ ਕਿ ਮੋਸਟ ਇੰਪੋਰਟੈਂਟ ਪਾਰਟ ਹੈਗੇ ਆ ਪੰਜਾਬ ਦੇ ਐਗਜ਼ਾਮ ਦੇ। ਸੋ ਹੁਣ ਆਪਾਂ ਅੱਗੇ ਪੜ੍ਹਦੇ ਹਾਂ। ਸੋ ਨੈਕਸਟ ਟੌਪਿਕ ਹੈਗਾ ਆਪਣਾ ਪ੍ਰੈਂਬਲ ਆਫ ਦਾ ਕਨਸਟੀਟਿਊਸ਼ਨ। ਅਤੇ ਪ੍ਰੈਂਬਲ ਕੀ ਹੁੰਦਾ ਵੀ ਜਿਹੜਾ ਪ੍ਰੀਫੇਸ ਹੁੰਦਾ, ਇੰਟਰੋਡਕਸ਼ਨ ਹੁੰਦੀ ਹੈ ਕਿਸੇ ਵੀ ਬੁੱਕ ਦੀ। ਜਿਵੇਂ ਕਿ ਇੱਕ ਸੰਵਿਧਾਨ ਵੀ ਇੱਕ ਤਰ੍ਹਾਂ ਦੀ ਬੁੱਕ ਹੈਗੀ ਆ, ਰੂਲ ਬੁੱਕ ਆਫ ਇੰਡੀਆ ਕਹਿ ਸਕਦੇ ਹਾਂ ਆਪਾਂ। ਜਿਹੜੀ ਰੂਲ ਬੁੱਕ ਆਫ ਇੰਡੀਆ ਦਾ ਜਿਹੜਾ ਪ੍ਰੀਫੇਸ ਕਹਿ ਸਕਦੇ, ਜਿਹੜੀ ਉਹਦੀ ਇੰਟਰੋਡਕਸ਼ਨ ਹੈਗੀ ਆ ਉਹਨੂੰ ਕਿਹਾ ਜਾਂਦਾ ਪ੍ਰੈਂਬਲ ਆਫ ਦੀ ਕਨਸਟੀਟਿਊਸ਼ਨ। ਸੋ ਆਪਾਂ ਬਿਗਿਨ ਕਰਦੇ ਹਾਂ। ਜਿਵੇਂ ਕਿ ਆਪਾਂ ਕੱਲ੍ਹ ਵੀ ਪੜ੍ਹਿਆ ਸੀ, ਇਹਦੇ ਬਾਰੇ ਥੋੜ੍ਹੀ ਜਿਹੀ ਇੰਟਰੋਡਕਸ਼ਨ ਪੜ੍ਹੀ ਸੀ ਪ੍ਰੈਂਬਲ ਬਾਰੇ, ਵੀ ਜਿਹੜਾ ਆਬਜੈਕਟਿਵ ਰੈਜ਼ੋਲਿਊਸ਼ਨ ਜਿਹੜੇ ਜਵਾਹਰ ਲਾਲ ਨਹਿਰੂ ਲੈ ਕੇ ਆਏ ਸੀ ਕਿ ਕਨਸਟੀਟਿਊਸ਼ਨ ਅਸੈਂਬਲੀ ਦੇ ਵਿੱਚ, ਉਹਨੂੰ ਹੀ ਬਾਅਦ ਦੇ ਵਿੱਚ ਮੋਡੀਫਾਈਡ ਕਰਕੇ ਪ੍ਰੈਂਬਲ ਦੀ ਸ਼ੇਪ ਦੇ ਦਿੱਤੀ ਗਈ ਸੀਗੀ। ਸੋ ਆਪਾਂ ਪੜ੍ਹ ਵੀ ਲੈਂਦੇ ਹਾਂ ਪ੍ਰੈਂਬਲ ਕੀ ਹੈਗਾ। ਦ ਕਨਸਟੀਟਿਊਸ਼ਨ ਆਫ ਇੰਡੀਆ ਪ੍ਰੈਂਬਲ, ਵੀ ਦ ਪੀਪਲ ਆਫ ਇੰਡੀਆ ਹੈਵਿੰਗ ਏ ਸੋਲਮਲੀ ਰਿਜ਼ੋਲਵਡ ਟੂ ਕਨਸਟੀਟਿਊਸ਼ਨ ਇੰਡੀਆ ਇਨਟੂ ਏ ਸੋਵਰਨ ਸੋਸ਼ਲਿਸਟ ਸੈਕੂਲਰ ਐਂਡ ਦ ਡੈਮੋਕ੍ਰੈਟਿਕ ਰਿਪਬਲਿਕ। ਸੋ ਜਿਵੇਂ ਕਿ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ, ਜਿਵੇਂ ਕਿ PPSC ਦਾ ਐਗਜ਼ਾਮ ਹੈਗਾ ਜਾਂ ਕੋਈ ਹੋਰ ਐਗਜ਼ਾਮ ਹੈਗਾ, ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ, ਇਹ ਕਿਹੜੇ ਕਿਹੜੇ ਵਰਡ ਮੈਂਸ਼ਨ ਕੀਤੇ ਹੋਏ ਆ, ਸਿੰਪਲੀ ਇਹੀ ਪੁੱਛ ਲਿਆ ਜਾਂਦਾ ਹੁੰਦਾ। ਕਿਹੜੇ ਕਿਹੜੇ ਵਰਡ ਮੈਂਸ਼ਨ ਕੀਤੇ ਹੋਏ ਆ, ਸੋਵਰਨ ਸੋਸ਼ਲਿਸਟ ਸੈਕੂਲਰ ਅਤੇ ਡੈਮੋਕ੍ਰੈਟਿਕ ਰਿਪਬਲਿਕ, ਇਹ ਸਾਰੇ ਦੇ ਸਾਰੇ ਵਰਡ ਆਪਣੇ ਪ੍ਰੈਂਬਲ ਦੇ ਵਿੱਚ ਮੈਂਸ਼ਨ ਕੀਤੇ ਹੋਏ ਆ। ਪ੍ਰੈਂਬਲ ਦੇ ਵਿੱਚ ਕਿੰਨੇ ਤਰ੍ਹਾਂ ਦੇ ਜਸਟਿਸ ਦੀ ਗੱਲ ਕੀਤੀ ਗਈ ਹੈ, ਜਿਹੜਾ ਮੋਸਟ ਇੰਪੋਰਟੈਂਟ ਪੁਆਇੰਟ ਬਣ ਜਾਂਦਾ। ਨੈਕਸਟ 3 ਤਰ੍ਹਾਂ ਦੇ ਜਸਟਿਸ ਦੀ ਗੱਲ ਕੀਤੀ ਗਈ ਹੈ। ਸੋਸ਼ਲ, ਇਕੋਨਮਿਕ ਐਂਡ ਦਾ ਪੋਲੀਟੀਕਲ ਜਸਟਿਸ ਦੀ ਗੱਲ ਕੀਤੀ ਗਈ ਹੈ ਪ੍ਰੈਂਬਲ ਦੇ ਵਿੱਚ। ਲਿਬਰਟੀ, ਉਸ ਤੋਂ ਬਾਅਦ ਲਿਬਰਟੀ ਆਫ ਥੋਟ, ਐਕਸਪ੍ਰੈਸ਼ਨ, ਬਿਲੀਫ, ਫੇਥ ਐਂਡ ਦਾ ਵਰਸ਼ਿਪ ਦੀ ਗੱਲ ਕੀਤੀ ਗਈ ਹੈ। ਉਸ ਤੋਂ ਬਾਅਦ ਇਕੁਐਲਿਟੀ ਆਫ ਸਟੇਟਸ, ਓਪਰਚੁਨਿਟੀ ਐਂਡ ਟੂ ਪ੍ਰਮੋਟ ਅਮੰਗ ਦੈਮ ਆਲ। ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਫਟਰਨਿਟੀ ਦੀ, ਅਸ਼ੋਰਿੰਗ ਦਾ ਡਿਗਨਿਟੀ ਆਫ ਦਾ ਇੰਡੀਵਿਜੂਅਲ ਐਂਡ ਦੇਅਰ ਯੂਨਿਟੀ ਐਂਡ ਦਾ ਇੰਟੀਗ੍ਰਿਟੀ ਆਫ ਦਾ ਨੇਸ਼ਨ, ਬਹੁਤ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ ਪੜ੍ਹਦੇ ਹਾਂ। ਇਨ ਆਵਰ ਕਨਸਟੀਟਿਊਸ਼ਨ ਅਸੈਂਬਲੀ ਦਿਸ 26th
Day of the November 1949 do hereby adopt the enact and give to the ourselves this constitution। ਸੋ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਵੀ 26 ਨਵੰਬਰ ਨੂੰ ਆਪਣਾ ਸੰਵਿਧਾਨ ਬਣ ਗਿਆ ਸੀਗਾ, ਪਰ 26 ਜਨਵਰੀ ਨੂੰ ਆਪਾਂ ਲਾਗੂ ਕੀਤਾ ਸੀਗਾ। ਸੋ ਮੋਸਟ ਇੰਪੋਰਟੈਂਟ ਆਹੀ ਕੁਐਸਚਨ ਬਣਦੇ ਆ ਵੀ ਜਸਟਿਸ ਕਿੰਨੇ ਤਰ੍ਹਾਂ ਦਾ ਮੈਂਸ਼ਨ ਕੀਤਾ ਹੋਇਆ, ਅਤੇ ਜਿਹੜੇ ਵਰਡ ਹੈਗੇ ਆ ਜਿਵੇਂ ਕਿ ਮੇਜਰ ਵਰਡ ਹੈਗੇ ਆ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ, ਇਹ ਕਿੰਨੀ ਕੁ ਵਾਰੀ ਕਿਹੜੇ ਕਿਹੜੇ ਵਰਡ ਮੈਂਸ਼ਨ ਕੀਤੇ ਹੋਏ ਆ। ਸੋ ਇਹ ਸੀਗਾ ਸਾਰਾ ਕੁਝ ਪ੍ਰੈਂਬਲ ਬਾਰੇ। ਹੋਰ ਕੁਝ ਗੱਲਾਂ ਹੈਗੀਆਂ ਪ੍ਰੈਂਬਲ ਬਾਰੇ ਆਪਾਂ ਪੜ੍ਹਦੇ ਹਾਂ। ਸੋ ਸਮਰੀ ਆਪਾਂ ਪੜ੍ਹਦੇ ਹਾਂ ਪ੍ਰੈਂਬਲ ਦੀ। ਦਾ ਅਮਰੀਕਨ ਕੌਨਸਟੀਟਿਊਸ਼ਨ ਵਾਜ਼ ਦਾ ਫਸਟ ਟੂ ਬਿਗਨ ਵਿਦ ਦਾ ਪ੍ਰੈਂਬਲ। ਸੋ ਜਿਹੜਾ ਅਮਰੀਕਾ ਦਾ ਸੰਵਿਧਾਨ ਹੈਗਾ ਉੱਥੋਂ ਹੀ ਆਪਾਂ ਇਹ ਪ੍ਰੈਕਟਿਸ ਚੱਕੀ ਹੈ, ਕਿਉਂਕਿ ਅਮਰੀਕਾ ਦੇ ਸੰਵਿਧਾਨ ਤੋਂ ਹੀ ਆਪਾਂ ਇਨਫਲੂਐਂਸ ਹੋ ਕੇ ਇਹ ਵਾਲੀ ਪ੍ਰੈਕਟਿਸ ਚੱਕੀ ਹੈ। ਤਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਆਪਣਾ ਪ੍ਰੈਂਬਲ ਹੈਗਾ ਇਹ ਆਪਾਂ ਕਿੱਥੋਂ ਬੋਰੋ ਕੀਤਾ ਹੋਇਆ, ਤਾਂ ਆਪਣਾ ਆਨਸਰ ਆ ਜਾਊਗਾ ਅਮਰੀਕਾ ਤੋਂ ਬੋਰੋ ਕੀਤਾ ਹੋਇਆ ਪ੍ਰੈਂਬਲ ਦੀ ਜਿਹੜੀ ਆਪਾਂ ਪ੍ਰੈਕਟਿਸ ਕਰਦੇ ਹਾਂ। ਮੈਨੀ ਕੰਟਰੀ ਇਨਕਲੂਡਿੰਗ ਇੰਡੀਆ ਫੋਲੋ ਦਿਸ ਪ੍ਰੈਕਟਿਸ। ਜਿਵੇਂ ਕਿ ਤੁਸੀਂ ਪੜ੍ਹ ਸਕਦੇ ਹੋ, ਦਾ ਟਰਮ ਪ੍ਰੀਐਂਬਲ ਰੈਫਰ ਟੂ ਦਾ ਇੰਟਰੋਡਕਸ਼ਨ ਔਰ ਦਾ ਪ੍ਰੀਫੇਸ ਆਫ ਦਾ ਕੌਨਸਟੀਟਿਊਸ਼ਨ। ਸੋ ਪ੍ਰੀਐਂਬਲ ਕੀ ਹੁੰਦਾ ਵੀ ਜਿਹੜੀ ਇੰਟਰੋਡਕਸ਼ਨ ਹੁੰਦੀ ਹੈ ਆਪਣੇ ਸੰਵਿਧਾਨ ਦੀ, ਜਾਂ ਪ੍ਰੀਫੇਸ ਹੁੰਦਾ ਕਿਸੇ ਵੀ ਬੁੱਕ ਦਾ, ਉਸ ਚੀਜ਼ ਨੂੰ ਕਿਹਾ ਜਾਂਦਾ ਪ੍ਰੀਐਂਬਲ ਕਿਹਾ ਜਾਂਦਾ ਹੁੰਦਾ। ਪ੍ਰੀਐਂਬਲ ਟੂ ਦਾ ਇੰਡੀਅਨ ਕੌਨਸਟੀਟਿਊਸ਼ਨ ਇਜ਼ ਬੇਸਡ ਔਨ ਦਾ ਆਬਜੈਕਟਿਵ ਰੈਜ਼ੋਲੂਸ਼ਨ। ਜਿਵੇਂ ਕਿ ਆਪਾਂ ਕੱਲ੍ਹ ਵੀ ਪੜ੍ਹਿਆ ਸੀਗਾ ਵੀ ਜਿਹੜਾ ਪ੍ਰੀਐਂਬਲ ਹੈਗਾ ਉਹ ਕਿਹਦੇ ਬੇਸਿਸ 'ਤੇ ਹੈਗਾ, ਉਹ ਆਬਜੈਕਟਿਵ ਰੈਜ਼ੋਲੂਸ਼ਨ ਜਿਹੜਾ ਕਿ ਜਵਾਹਰ ਲਾਲ ਨਹਿਰੂ ਦੁਆਰਾ ਪੇਸ਼ ਕੀਤਾ ਗਿਆ ਸੀਗਾ ਕੌਨਸਟੀਟਿਊਸ਼ਨ ਅਸੈਂਬਲੀ ਦੇ ਵਿੱਚ, ਉਹਦੇ 'ਤੇ ਬੇਸ ਹੈਗਾ ਪ੍ਰੀਐਂਬਲ। ਜੇ ਕੱਲ੍ਹ ਨੂੰ ਆਪਾਂ ਨੂੰ ਪੁੱਛ ਲਿਆ ਜਾਵੇ ਕਿ ਆਪਾਂ ਨੂੰ ਫਿਲੋਸਫੀ ਆਫ ਦਾ ਕੌਨਸਟੀਟਿਊਸ਼ਨ ਕਿਹੜੇ ਪਾਰਟ ਦੇ ਵਿੱਚ ਮਿਲੂਗੀ, ਜਿਵੇਂ ਕਿ ਤੁਹਾਨੂੰ ਆਪਸ਼ਨ ਦੇ ਦਿੱਤੇ ਜਾਂਦੇ ਆ ਵੀ ਹਾਂ, ਆਪਸ਼ਨ ਦੇ ਦਿੱਤੇ ਜਾਂਦੇ ਫੰਡਾਮੈਂਟਲ ਰਾਈਟਸ, ਡਾਇਰੈਕਟਿਵ ਪ੍ਰਿੰਸੀਪਲ, ਪ੍ਰੀਐਂਬਲ, ਅਤੇ ਆਪਣਾ ਜਿਹੜਾ ਹੋਰ ਵੀ ਲੈ ਲਓ ਫੰਡਾਮੈਂਟਲ ਡਿਊਟੀਜ਼। ਤਾਂ ਆਪਣਾ ਆਨਸਰ ਆ ਜਾਊਗਾ ਪ੍ਰੀਐਂਬਲ ਦੇ ਵਿੱਚ ਆਪਾਂ ਨੂੰ ਫਿਲੋਸਫੀ ਆਫ ਦੀ ਕੌਨਸਟੀਟਿਊਸ਼ਨ ਵੇਖਣ ਨੂੰ ਮਿਲ ਸਕਦੀ ਹੁੰਦੀ ਹੈ। ਬਹੁਤ ਇੰਪੋਰਟੈਂਟ ਹੈਗਾ ਵੀ ਜਿਹੜੀ ਆਪਣੀ ਫਿਲੋਸਫੀ ਹੈਗੀ ਆਪਣੇ ਸੰਵਿਧਾਨ ਦੀ, ਉਹ ਆਪਾਂ ਨੂੰ ਕਿੱਥੇ ਵੇਖਣ ਨੂੰ ਮਿਲੂਗੀ, ਆਪਣੇ ਸੰਵਿਧਾਨ ਦੀ ਜਿਹੜੀ ਫਿਲੋਸਫੀ ਹੈਗੀ ਆਪਾਂ ਨੂੰ ਪ੍ਰੀਐਂਬਲ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੁੰਦੀ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਇਹ ਚੀਜ਼। ਸੋ ਤੁਸੀਂ ਇਹਨੂੰ ਧਿਆਨ ਦੇ ਵਿੱਚ ਰੱਖਣਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਜੋ ਮੋਸਟ ਇੰਪੋਰਟੈਂਟ ਪੁਆਇੰਟ ਬਣਦਾ, ਇਟ ਹੈਜ਼ ਬੀਨ ਅਮੈਂਡਡ ਬਾਈ ਦਾ 42nd ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 1976। ਸੋ ਜਿਹੜਾ ਆਪਣਾ ਪ੍ਰੀਐਂਬਲ ਹੈਗਾ ਉਹ ਅਮੈਂਡ ਵੀ ਕੀਤਾ ਜਾ ਸਕਦਾ ਹੁੰਦਾ। ਅਮੈਂਡ ਹੁੰਦਾ ਸੰਸ਼ੋਧਨ ਕਰਨਾ ਪ੍ਰੀਐਂਬਲ ਦੇ ਵਿੱਚ। ਸੋ ਪ੍ਰੀਐਂਬਲ ਅਮੈਂਡ ਕੀਤਾ ਜਾ ਸਕਦਾ ਹੁੰਦਾ 42nd ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 1976 ਦੇ ਦੌਰਾਨ ਕੀਤਾ ਗਿਆ ਇੱਕ ਵਾਰੀ। 42nd ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 1976 ਵਿਚ ਐਡਿਡ 3 ਨਿਊ ਵਰਡ, ਸੋਸ਼ਲਿਸਟ, ਸੈਕੂਲਰ ਐਂਡ ਦਾ ਇੰਟੀਗ੍ਰਿਟੀ। ਸੋ 3 ਨਵੇਂ ਵਰਡ ਆਪਣੇ ਪ੍ਰੀਐਂਬਲ ਦੇ ਵਿੱਚ ਐਡ ਕੀਤੇ ਗਏ, ਸੋਸ਼ਲਿਸਟ, ਸੈਕੂਲਰ ਅਤੇ ਇੰਟੀਗ੍ਰਿਟੀ ਵਰਡਸ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਰੂਰੀ ਹੈਗੀ ਆ ਵੀ ਕਿਹੜੇ ਵਰਡ ਆਪਣੇ ਪ੍ਰੀਐਂਬਲ ਦੇ ਵਿੱਚ ਐਡ ਕੀਤੇ ਗਏ ਆ ਫਰਦਰ ਬਾਈ ਦੀ ਕੀ ਕਹਿ ਸਕਦੇ ਹਾਂ ਆਪਣੇ 42nd ਕੌਨਸਟੀਟਿਊਸ਼ਨ ਅਮੈਂਡਮੈਂਟ। ਸੋਸ਼ਲਿਸਟ, ਸੈਕੂਲਰ ਅਤੇ ਇੰਟੀਗ੍ਰਿਟੀ ਜਿਹੜੇ ਵਰਡ ਹੈਗੇ ਆ 42nd ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ ਦੇ ਰਾਹੀਂ ਆਪਣੇ ਪ੍ਰੀਐਂਬਲ ਦੇ ਵਿੱਚ ਐਡ ਕੀਤੇ ਗਏ ਆ। ਸੋ ਆਪਾਂ ਨੂੰ ਕੱਲ੍ਹ ਨੂੰ ਕੁਐਸਚਨ ਪੁੱਛਿਆ ਜਾ ਸਕਦਾ ਵੀ ਪ੍ਰੀਐਂਬਲ ਨੂੰ ਅਮੈਂਡ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ। ਸੋ ਪ੍ਰੀਐਂਬਲ ਨੂੰ ਅਮੈਂਡ ਕੀਤਾ ਜਾ ਸਕਦਾ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਪ੍ਰੀਐਂਬਲ ਨੂੰ ਅਮੈਂਡ ਕੀਤਾ ਹੀ ਹੋਇਆ ਆਪਣੇ ਸੰਵਿਧਾਨ ਦੇ ਵਿੱਚ 42nd ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 1976 ਦੇ ਦੌਰਾਨ। ਸੋ ਕਿਹੜੇ ਕਿਹੜੇ ਵਰਡ ਐਡ ਕੀਤੇ ਆ, ਸੋਸ਼ਲਿਸਟ, ਸੈਕੂਲਰ ਅਤੇ ਇੰਟੀਗ੍ਰਿਟੀ ਵਰਡ ਨਵੇਂ ਐਡ ਕੀਤੇ ਗਏ ਆਪਣੇ ਪ੍ਰੀਐਂਬਲ ਦੇ ਵਿੱਚ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਅੱਜ ਲਈ ਆਪਾਂ ਇੰਨਾ ਹੀ ਪੜ੍ਹਾਂਗੇ। ਕੱਲ੍ਹ ਨੂੰ ਆਪਾਂ ਪੜ੍ਹਾਂਗੇ ਯੂਨੀਅਨ ਐਂਡ ਟੈਰੀਟਰੀਜ਼, ਫਿਰ ਉਸ ਤੋਂ ਬਾਅਦ ਆਪਾਂ ਪੜ੍ਹਾਂਗੇ ਫੰਡਾਮੈਂਟਲ ਰਾਈਟਸ ਅਤੇ ਡਾਇਰੈਕਟਿਵ ਪ੍ਰਿੰਸੀਪਲ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ, ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ। ਕਮੈਂਟ ਸੈਕਸ਼ਨ ਤੁਸੀਂ ਦੇ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਅਤੇ ਆਪਣਾ ਜਿਹੜਾ ਲਾਈਕ ਬਟਨ ਪ੍ਰੈਸ ਕਰ ਦੇਣਾ। ਅਤੇ ਬਾਕੀ ਜਿੰਨੇ ਵੀ ਸਾਡੇ ਕੋਰਸਿਸ ਹੈਗੇ ਤੁਸੀਂ ਜੁਆਇਨ ਕਰ ਸਕਦੇ ਹੋ। ਤੁਸੀਂ ਸਾਡੀ ਜਿਹੜੀ CBSE ਐਗਜ਼ਾਮ ਗੁਰੂ ਐਪ ਹੈਗੀ ਹੈ ਉਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਸਾਡੇ ਜਿਹੜੇ ਪੇਡ ਕੋਰਸਿਸ ਹੈਗੇ ਪੋਲਿਟੀ ਦੇ, ਇਸ ਤੋਂ ਵੀ ਡਿਟੇਲ ਦੇ ਵਿੱਚ ਤੁਹਾਨੂੰ ਪੋਲਿਟੀ ਕਰਵਾਈ ਜਾ ਰਹੀ ਹੈ, ਉੱਥੇ ਹਿਸਟਰੀ ਕਰਵਾਈ ਜਾ ਰਹੀ ਹੈ, ਜਾਂ ਹੋਰ ਵੀ ਜਿੰਨੇ ਵੀ ਤੁਹਾਡੇ ਸਬਜੈਕਟ ਹੈਗੇ ਆ, ਜਿਹੜੀ ਵੀ ਤੁਹਾਡੀ ਫੀਲਡ ਹੈਗੀ ਹੈ, ਬਹੁਤ ਸਾਰੇ ਆਪਣੇ ਜਿਹੜੇ ਕੋਰਸਿਸ ਔਨਲਾਈਨ ਚੱਲ ਰਹੇ ਆ। ਸੋ ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ CBSE ਐਗਜ਼ਾਮ ਗੁਰੂ ਐਪ ਨੂੰ। ਅਤੇ ਪਟਵਾਰੀ ਦੇ ਬਹੁਤ ਵਧੀਆ ਕੋਰਸਿਸ ਸਾਡੀ ਐਪ 'ਤੇ ਤੁਹਾਨੂੰ ਵੇਖਣ ਨੂੰ ਮਿਲ ਸਕਦੇ ਆ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ।